ਅੱਜ ਦਾ ਟੌਪਿਕ ਹੈ ਕੰਡੀਸ਼ਨਸ ਆਫ ਇਕਲਿਬਰੀਅਮ ਆਫ ਅ ਨੰਬਰ ਆਫ ਕੋਪਲੇਨਰ ਕੌਨਕਰੈਂਟ ਫੋਰਸਿਸ। ਅੱਜ ਅਸੀਂ ਕਰਾਂਗੇ ਇਕਲਿਬਰੀਅਮ ਦੀ ਕੰਡੀਸ਼ਨ। ਕਿਹਦੀ ਇਕਲਿਬਰੀਅਮ ਦੀ ਕੰਡੀਸ਼ਨ? ਜਦੋਂ ਸਾਡੇ ਕੋਲ ਨੰਬਰ ਆਫ ਫੋਰਸਿਸ ਕੋਪਲੇਨਰ ਐਂਡ ਕੌਨਕਰੈਂਟ ਹੁੰਦੀਆਂ। ਕੋਪਲੇਨਰ ਐਂਡ ਕੌਨਕਰੈਂਟ ਮਤਲਬ ਇੱਕ ਪਲੇਨ 'ਚ ਐਂਡ ਇੱਕ ਪੁਆਇੰਟ ਤੇ ਜਦੋਂ ਸਾਡੇ ਕੋਲ ਨੰਬਰ ਆਫ ਫੋਰਸਿਸ ਐਕਟ ਕਰਦੀਆਂ ਦੈਨ ਉਹਨਾਂ ਦੀ ਇਕਲਿਬਰੀਅਮ ਦੀ ਕੰਡੀਸ਼ਨ ਕਿਆ ਹੁੰਦੀ ਹੈ। ਸੋ ਅਸੀਂ ਪਹਿਲਾਂ ਦੋ ਫੋਰਸਿਸ ਦੀ ਕਰਾਂਗੇ, ਫਿਰ ਤਿੰਨ ਫੋਰਸਿਸ ਲਈ ਐਂਡ ਦੈਨ ਨੰਬਰ ਆਫ ਫੋਰਸਿਸ ਲਈ ਕੰਡੀਸ਼ਨ ਫਾਈਂਡ ਆਊਟ ਕਰਾਂਗੇ। ਸੋ ਫਰਸਟ ਹੈ when two forces acting on a particle are in equilibrium। ਦੋ ਫੋਰਸਿਸ ਇੱਕ ਪੁਆਇੰਟ ਤੇ ਐਕਟ ਕਰ ਰਹੀਆਂ, ਇਹਨਾਂ ਨੂੰ ਅਸੀਂ ਇਕਲਿਬਰੀਅਮ ਚ ਕਦੋਂ ਕਹਿਣਾ ਹੈ ਦੋ ਫੋਰਸਿਸ ਨੂੰ? if they are equal and opposite and act in the same line। ਜਦੋਂ ਇਹ ਦੋਨੋਂ ਫੋਰਸਿਸ ਇਕੁਅਲ ਹੋਣ ਐਂਡ ਡਾਇਰੈਕਸ਼ਨ ਇਹਨਾਂ ਦੀ ਕੀ ਹੋਏ? ਆਪੋਜ਼ਿਟ। ਸੇ ਇਸ ਪੁਆਇੰਟ A ਤੇ ਦੋ ਫੋਰਸਿਸ ਸਾਡੇ ਕੋਲ ਐਕਟ ਕਰ ਰਹੀਆਂ, ਇਹ ਦੋਨੋਂ ਫੋਰਸਿਸ ਇਕਲਿਬਰੀਅਮ ਚ ਤਾਂ ਹੋਣਗੀਆਂ ਅਗਰ ਦੋਨੋਂ ਇਕੁਅਲ ਹੋਣ। ਇੱਧਰ ਵੀ P ਐਕਟ ਕਰ ਰਹੀ ਹੈ ਔਰ ਇੱਧਰ ਵੀ ਕੀ ਕਰ ਰਹੀ ਹੈ? P ਐਕਟ ਕਰ ਰਹੀ ਹੈ। ਦੋਨੋਂ ਇਕੁਅਲ ਹੋਣ ਬਟ ਆਪੋਜ਼ਿਟ ਡਾਇਰੈਕਸ਼ਨ ਹੋਈ ਤਾਂ ਅਸੀਂ ਕਵਾਂਗੇ ਦੋਨੋਂ ਫੋਰਸਿਸ ਕੀ ਹੈ? ਇਕਲਿਬਰੀਅਮ ਚ ਹੈ। ਠੀਕ। नेक्स्ट है थ्री फोर्सेस एक्टिंग ऑन ए पार्टिकल आर इन इक्विलिब्रियम इफ दे आर कोप्लेनर। तीन फोर्सेस अगर एक पार्टिकल ते एक्ट कर रही हैं इन्होंने इक्विलिब्रियम च तां कवांगे जेकर ये की होण? कोप्लेनर होण एंड सैटिस्फाई लैमिस थ्योरम। ये ਅਸੀਂ ਲਾਸਟ ਹੀ ਕੀਤਾ ਸੀ, ਲਾਸਟ ਚੈਪਟਰ ਦੇ ਵਿੱਚ ਲੈਮਿਸ ਥਿਊਰਮ ਕੀਤੀ ਸੀ, ਉਹਦੇ ਨਾਲ ਰਿਲੇਟਡ ਕੁਐਸਚਨਸ ਕੀਤੇ ਸੀ। ਉਹਦੇ ਵਿੱਚ ਅਸੀਂ ਲਿਖਿਆ ਸੀ ਲੈਮਿਸ ਥਿਊਰਮ ਕਦੋਂ ਅਪਲਾਈ ਹੁੰਦੀ ਹੈ? ਜਦੋਂ ਤਿੰਨ ਫੋਰਸਿਸ ਇੱਕ ਪੁਆਇੰਟ ਤੇ ਐਕਟ ਕਰਦੀਆਂ, ਇੱਕ ਪਲੇਨ 'ਚ ਐਕਟ ਕਰਦੀਆਂ ਐਂਡ ਤਿੰਨੋਂ ਫੋਰਸਿਸ ਕੀ ਹੁੰਦੀਆਂ ਸੀ? ਇਕਲਿਬਰੀਅਮ 'ਚ ਹੁੰਦੀਆਂ ਸੀ। ਉਦੋਂ ਅਸੀਂ ਕੀ ਅਪਲਾਈ ਕਰਦੇ ਸੀ? ਲੈਮਿਸ ਥਿਊਰਮ। ਸੋ ਅਗਰ ਸਾਡੇ ਕੋਲ ਤਿੰਨ ਫੋਰਸਿਸ ਹੈ ਉਹਨਾਂ ਨੂੰ ਅਸੀਂ ਇਕਲਿਬਰੀਅਮ ਕਦੋਂ ਕਹਿਣਾ ਹੈ? ਜਦੋਂ ਇਹ ਕੋਪਲੇਨਰ ਹੋਣ ਔਰ ਇਹਨਾਂ ਤੇ ਲੈਮਿਸ ਥਿਊਰਮ ਅਪਲਾਈ ਹੋਏ। ਠੀਕ। ਜਾਂ if the sum of their resolved part along any two lines in their plane vanishes separately। ਜਾਂ ਲੈਮਿਸ ਥਿਊਰਮ ਅਪਲਾਈ ਹੋ ਸਕਦੀ ਹੈ ਇਕਲਿਬਰੀਅਮ ਦੀ ਕੰਡੀਸ਼ਨ 'ਚ, ਜਾਂ ਕੀ ਹੋ ਸਕਦਾ ਤਿੰਨ ਫੋਰਸਿਸ ਸੇ ਇੱਕ ਪੁਆਇੰਟ ਤੇ ਐਕਟ ਕਰ ਰਹੀਆਂ ਤਾਂ ਅਸੀਂ ਕੀ ਕਰਨਾ? ਦੋ ਕਨਵੀਨੀਅੰਟ ਡਾਇਰੈਕਸ਼ਨ ਲੈ ਲੈਣੀ, ਇੱਕ ਐਕਸ ਐਕਸਿਸ ਇੱਕ ਵਾਈ ਐਕਸਿਸ। ਤੁਸੀਂ ਇਹਨਾਂ ਸਾਰੀਆਂ ਫੋਰਸਿਸ ਸੇ ਸਾਡੇ ਕੋਲੇ ਫੋਰਸ ਹੈ F1 F2 F3, ਇਹਨਾਂ ਸਾਰੀਆਂ ਫੋਰਸਿਸ ਦੇ ਰਿਜ਼ੋਲਵ ਪਾਰਟ ਦਾ ਸਮ ਅਲੋਂਗ ਐਕਸ ਐਕਸਿਸ ਲੈ ਲੈਣਾ ਐਂਡ ਅਲੋਂਗ ਵਾਈ ਐਕਸਿਸ ਲੈ ਲੈਣਾ। ਮਤਲਬ ਅਸੀਂ F1 ਨੂੰ ਵੀ ਰਿਜ਼ੋਲਵ ਐਕਸ ਐਕਸਿਸ ਅਲੋਂਗ ਕਰਨਾ, F2 ਨੂੰ ਵੀ F3 ਨੂੰ, ਤਿੰਨਾਂ ਨੂੰ ਰਿਜ਼ੋਲਵ ਕਰਕੇ ਤਿੰਨਾਂ ਦਾ ਸਮ ਲੈ ਕੇ ਵੈਨਿਸ਼ ਕਰ ਦੇਣਾ, ਮਤਲਬ ਇਕੁਅਲਸ ਟੂ 0 ਕਰ ਦੇਣਾ। ਤਾਂ ਹੀ ਉਹਨੇ ਲਿਖਿਆ ਸਮ ਆਫ देयर ਰਿਜ਼ੋਲਵ ਪਾਰਟ ਅਲੋਂਗ ਐਨੀ ਟੂ ਲਾਈਨਸ ਇਨ देयर ਪਲੇਨ ਵੈਨਿਸ਼ ਸੈਪਰੇਟਲੀ। ਅਲੱਗ-ਅਲੱਗ ਪਹਿਲਾਂ ਐਕਸ ਐਕਸਿਸ ਦੇ ਅਲੋਂਗ ਰਿਜ਼ੋਲਵ ਕਰਕੇ ਇਕੁਅਲਸ ਟੂ 0 ਕਰ ਦੇਣਾ, ਫਿਰ ਵਾਈ ਐਕਸਿਸ ਦੇ ਅਲੋਂਗ ਸਾਰੀਆਂ ਫੋਰਸਿਸ ਨੂੰ ਰਿਜ਼ੋਲਵ ਕਰਕੇ ਉਹਨਾਂ ਦਾ ਸਮ ਕਿਹਦੇ ਇਕੁਅਲ ਲੈ ਲੈਣਾ? 0। ਜਾਂ if the forces can be represented by the side of triangle taken in order। ਜਾਂ ਅਸੀਂ ਲਾਸਟ ਹੀ ਸਮ ਕੀਤੇ ਸੀ ਕਿ ਅਗਰ ਤਿੰਨ ਫੋਰਸਿਸ ਇੱਕ ਪੁਆਇੰਟ ਤੇ ਐਕਟ ਕਰ ਰਹੀਆਂ ਸੀ ਤਾਂ ਅਸੀਂ ਕੀ ਕਰਦੇ ਸੀ? ਉਹਨਾਂ ਦੀਆਂ ਸਾਈਡ ਕਿੱਦਾਂ ਲੈ ਲੈਂਦੇ ਸੀ? ਡਾਇਰੈਕਸ਼ਨ ਲੈਂਦੇ ਸੀ ਅਲੋਂਗ ਦਾ ਸਾਈਡਸ ਆਫ ਦਾ ਟ੍ਰਾਈਐਂਗਲ। ਜਾਂ ਅਸੀਂ ਟ੍ਰਾਈਐਂਗਲ ਨਾਲ ਤਿੰਨ ਫੋਰਸਿਸ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਮਤਲਬ ਕਿ ਅਗਰ ਤਿੰਨ ਫੋਰਸਿਸ ਇਕਲਿਬਰੀਅਮ 'ਚ ਜਾਂ ਤਾਂ ਉਹ ਲੈਮਿਸ ਥਿਊਰਮ ਅਪਲਾਈ ਕਰ ਉਹਨਾਂ ਤੇ ਹੋਏਗੀ, ਦੂਸਰਾ ਸਮ ਆਫ देयर ਰਿਜ਼ੋਲਵ ਪਾਰਟ ਇਕੁਅਲਸ ਟੂ 0, ਤੀਸਰਾ ਸਾਡੇ ਕੋਲ ਟ੍ਰਾਈਐਂਗਲ ਦੀ ਸਾਈਡ ਨਾਲ ਅਸੀਂ ਉਹਨਾਂ ਨੂੰ ਕੀ ਕਰਦੇ ਹਾਂ? ਰਿਪਰੈਜ਼ੈਂਟ ਕਰਦੇ ਹਾਂ। ਨੈਕਸਟ ਹੈ ਥਰਡ, ਅਸੀਂ ਇਹਨੂੰ ਹੁਣ ਐਕਸਟੈਂਡ ਕਰਤਾ। ਅ ਨੰਬਰ ਆਫ ਫੋਰਸਿਸ ਐਕਟਿੰਗ ਔਨ ਏ ਪਾਰਟੀਕਲ ਆਰ ਇਨ ਇਕਲਿਬਰੀਅਮ। ਸਾਡੇ ਕੋਲ 2 ਜਾਂ 3 ਦਾ ਕੇਸ ਤਾਂ ਕਰ ਲਿਆ, ਅਗਰ ਇਸ ਤੋਂ ਜ਼ਿਆਦਾ ਫੋਰਸਿਸ ਇੱਕ ਪੁਆਇੰਟ ਤੇ ਐਕਟ ਕਰ ਰਹੀਆਂ ਹੋਣ ਦੈਨ ਉਹਨਾਂ ਨੂੰ ਅਸੀਂ ਇਕਲਿਬਰੀਅਮ 'ਚ ਕਦੋਂ ਕਹਿੰਦੇ ਆ? ਜਦੋਂ ਇਹ ਕੀ ਹੋਣ? ਕੋਪਲੇਨਰ ਹੋਣ and the algebraic sum of their resolved part along any two straight line in the plane vanish separately। ਦੇਖੋ ਜਾਂ ਤਾਂ ਅਸੀਂ ਕਰਨਾ ਹੈ ਕਿ ਜੇ ਤਿੰਨ ਹੋਣ ਤਾਂ ਉਹਨਾਂ ਤੇ ਲੈਮਿਸ ਥਿਊਰਮ ਅਪਲਾਈ ਕਰ ਦੇਣੀ ਹੈ, ਜੇ ਤਿੰਨ ਤੋਂ ਜ਼ਿਆਦਾ ਫੋਰਸਿਸ ਐਕਟ ਕਰ ਰਹੀਆਂ ਹੋਣ ਇੱਕ ਪੁਆਇੰਟ ਤੇ ਉਹਨਾਂ ਤੇ ਇਕਲਿਬਰੀਅਮ ਦੀ ਕੰਡੀਸ਼ਨ ਲਗਾਉਣ ਲਈ ਅਸੀਂ ਕੀ ਕਰਦੇ ਹਾਂ? ਜਿੰਨੀਆਂ ਵੀ ਫੋਰਸਿਸ ਇੱਕ ਪੁਆਇੰਟ ਤੇ ਐਕਟ ਕਰਦੀਆਂ ਸਾਰੀਆਂ ਫੋਰਸਿਸ ਦੇ ਅਸੀਂ ਰਿਜ਼ੋਲਵ ਪਾਰਟ ਫਾਈਂਡ ਕਰ ਲੈਣਾ ਅਲੋਂਗ ਐਕਸ ਐਕਸਿਸ, ਰਿਜ਼ੋਲਵ ਪਾਰਟ ਅਲੋਂਗ ਵਾਈ ਐਕਸਿਸ। ਸੋ ਰਿਜ਼ੋਲਵ ਪਾਰਟ ਅਲੋਂਗ ਐਕਸ ਐਕਸਿਸ ਨੂੰ ਵੀ 0 ਕਰ ਦੇਣਾ। ਠੀਕ ਹੈ। ਰਿਜ਼ੋਲਵ ਪਾਰਟ ਅਲੋਂਗ ਐਕਸ ਐਕਸਿਸ ਵੀ ਅਸੀਂ ਕੀ ਕਰ ਦਾਂਗੇ? ਇਕੁਅਲਸ ਟੂ 0 ਐਂਡ ਰਿਜ਼ੋਲਵ ਪਾਰਟ ਆਫ ਫੋਰਸਿਸ ਅਲੋਂਗ ਵਾਈ ਐਕਸਿਸ ਨੂੰ ਵੀ ਕੀ ਕਰ ਦਾਂਗੇ? ਇਕੁਅਲਸ ਟੂ 0 ਕਰ ਦਾਂਗੇ। ਠੀਕ। ਸੋ ਸਾਡੇ ਕੋਲ ਇੱਥੋਂ ਦੋ ਇਕੁਏਸ਼ਨਸ ਆ ਜਾਣਗੀਆਂ। ਨੈਕਸਟ ਹੈ ਵਰਕਿੰਗ ਰੂਲ ਫॉर ਇਕਲਿਬਰੀਅਮ ਆਫ ਫੋਰਸਿਸ। ਅਸੀਂ ਜੇਕਰ ਸਾਨੂੰ ਫੋਰਸਿਸ ਇਕਲਿਬਰੀਅਮ 'ਚ ਦਿੱਤੀਆਂ ਹੋਣ ਜਾਂ ਪ੍ਰੂਵ ਕਰਨ ਲਈ ਕਹੀਆਂ ਹੁਣ ਇਕਲਿਬਰੀਅਮ 'ਚ ਦੈਨ ਅਸੀਂ ਉਹਨਾਂ ਨੂੰ ਕਿੱਦਾਂ ਸੋਲਵ ਕਰਨਾ ਇਦਾਂ ਦੇ ਕੁਐਸਚਨਸ ਨੂੰ। ਸੋ ਦਾ ਵਰਕਿੰਗ ਰੂਲ ਫਰਸਟ ਪੁਆਇੰਟ ਹੈ
two convenient direction at right angle to each other as x-axis usually horizontal and vertical। अगर साडे कोल एक पॉइंट ते नंबर ऑफ फोर्सेस एक्ट करदियां, ठीक है, सो ਅਸੀਂ फर्स्ट ਤਾਂ ਦੋ ਕਨਵੀਨੀਅੰਟ ਡਾਇਰੈਕਸ਼ਨਸ ਲੈ ਲੈਣੇ, ਇੱਕ x ਐਕਸਿਸ ਲੈ ਲੈਣੇ, ਇੱਕ y ਐਕਸਿਸ, ਜਿੱਦਾਂ ਅਸੀਂ ਲਾਸਟ ਵੀਡੀਓ 'ਚ ਲੈ ਆਈ ਸੀ, ਠੀਕ ਹੈ, ਰਿਜ਼ਲਟੈਂਟ ਫਾਈਂਡ ਕਰਨ ਦੇ ਲਈ। ਬਟ ਇਹਦੇ ਵਿੱਚ ਅਸੀਂ ਰਿਜ਼ਲਟੈਂਟ ਨਹੀਂ, ਅਸੀਂ ਇਕੁਲਿਬਰੀਅਮ ਦੀ ਕੰਡੀਸ਼ਨ ਫਾਈਂਡ ਕਰਨੀ ਹੈ। नेक्स्ट है इक्वेट द जीरो द सम ऑफ रिजॉल्व पार्ट ऑफ द फोर्सेस अलोंग ईच ऑफ दीज डायरैक्शन। ਤੁਸੀਂ ਸਾਰੀਆਂ ਫੋਰਸਿਸ ਦੇ ਰਿਜ਼ੋਲਵ ਪਾਰਟ ਫਾਈਂਡ ਕਰ ਲੈਣੇ ਆ, ਠੀਕ ਹੈ, ਜਿੱਦਾਂ ਇੱਥੇ F1 ਹੈ ਫੋਰਸ, F2 ਫੋਰਸ ਹੈ, F3 ਹੈ, F4 ਹੈ, Fn ਹੈ, ਸਾਰਿਆਂ ਦਾ ਅਲੋਂਗ ਤੁਸੀਂ x ਐਕਸਿਸ से ਇਹਨਾਂ ਥੀਟਾ ਬਣਾ ਰਹੀ ਹੈ, ਇਹਨਾਂ ਥੀਟਾ 2 ਬਣਾ ਰਹੀ ਹੈ, ਠੀਕ। ਸੋ ਸਾਰੀਆਂ ਫੋਰਸਿਸ ਦੇ ਤੁਸੀਂ ਅਲੋਂਗ x ਐਕਸਿਸ ਰਿਜ਼ੋਲਵ ਪਾਰਟ ਲੈ ਲੈਣੇ ਔਰ ਰਿਜ਼ੋਲਵ ਪਾਰਟ ਦਾ ਸਮ ਇਕੁਅਲਸ ਟੂ 0 ਕਰ ਦੇਣਾ, ਉਹ ਸਾਡੇ ਕੋਲ ਉੱਥੋਂ ਇਕੁਲਿਬਰੀਅਮ ਦੀ ਕੰਡੀਸ਼ਨ ਆ ਜਾਏਗੀ। ਇਹ ਸਾਰਾ ਕੰਮ ਰਿਜ਼ੋਲਵ ਪਾਰਟ ਵਾਲਾ ਤੁਸੀਂ ਲਾਸਟ ਵੀਡੀਓ 'ਚ ਕਰ ਹੀ ਚੁੱਕੇ ਹੋ। ਸੋ ਨੈਕਸਟ ਅਸੀਂ ਇੱਕ ਸਮ ਕਰਦੇ ਹਾਂ ਜਿਹਦੇ ਨਾਲ ਸਾਨੂੰ ਇਹ ਕਨਸੈਪਟ ਵੀ ਕਲੀਅਰ ਹੋਏਗਾ। ਸੋ ਸਾਡਾ ਫਰਸਟ ਕੁਐਸਚਨ ਹੈ ABC is an equilateral triangle। ਸਾਨੂੰ ABC ਇੱਕ ਦਿੱਤੀ ਹੋਈ ਹੈ equilateral triangle। ABC is equilateral triangle। equilateral triangle ਦਾ ਮਤਲਬ ਹੁੰਦਾ ਹੈ ਕਿ all sides are equal, all angles are equal। ABC is an equilateral triangle। E and F are the middle points of the side CA। CA वाली साइड का मिडल पॉइंट है E। AB वाली साइड का मिडल पॉइंट है F। सानू मिडल पॉइंट गिवन है। फोर्सेस 4P 2PQ ये सारियां फोर्सेस गिवन है। एक्ट एट ए पॉइंट ते सारियां फोर्सेस जिन्नियां भी फोर्सेस दित्तियां हुई 5 फोर्सेस किहड़े पॉइंट ते एक्ट कर रही हैं, ए पॉइंट ते, इन डायरैक्शन ऑफ लाइन BC। इहदी डायरैक्शन इहदे अकॉर्डिंग है। सो ਅਸੀਂ ਇੱਕ ਪੁਆਇੰਟ ਤੇ ਫੋਰਸਿਸ ਐਕਟ ਕਰਾ ਲੈਣੀਆਂ ਔਰ ਇਹਨਾਂ ਫੋਰਸਿਸ ਦੇ ਐਕਟ ਕਰਨ ਦੀ ਜਿਹੜੀ ਡਾਇਰੈਕਸ਼ਨ ਹੋਏਗੀ ਉਹ ਟ੍ਰਾਇੰਗਲ ਨੂੰ ਫੋਲੋ ਕਰੇਗੀ, ਟ੍ਰਾਇੰਗਲ ਦੀਆਂ ਸਾਈਡਸ ਨੂੰ। ਸੋ ਜਿਹੜੀ ਫਰਸਟ ਫੋਰਸ ਹੈ 4, ਇਹ ਕਿਹਦੇ ਅਲੋਂਗ ਐਕਟ ਕਰ ਰਹੀ ਹੈ, BC। ਇਹਦਾ ਮਤਲਬ ਤੁਸੀਂ BC ਦੀ ਡਾਇਰੈਕਸ਼ਨ ਲੈਣੀ ਹੈ, ਜਿੱਦਾਂ BC ਐਕਟ ਕਰ ਰਹੀ ਹੈ ਸੇਮ ਸਾਡੀ 4 ਵਾਲੀ ਫੋਰਸ A ਤੇ ਐਕਟ ਕਰ ਰਹੀ ਹੈ। ਸੋ A ਤੇ ਸਾਡੇ ਕੋਲ ਐਕਟ ਕਰ ਰਹੀ ਹੈ 4 kg वेट फोर्स, ठीक है, BC ਦੇ ਅਲੋਂਗ। ਨੈਕਸਟ ਹੈ P ਫੋਰਸ ਐਕਟ ਕਰ ਰਹੀ BE ਦੇ ਅਲੋਂਗ। ਸੋ ਸਾਨੂੰ B ਤੇ E ਨੂੰ ਜੁਆਇਨ ਕਰਨਾ ਪਏਗਾ। B ਤੇ E ਨੂੰ ਜੁਆਇਨ ਕਰ ਲਿਆ। ਸੋ ਸੈਕਿੰਡ ਫੋਰਸ ਸਾਡੀ ਜਿਹੜੀ ਐਕਟ ਕਰ ਰਹੀ ਹੈ ਉਹ ਇਹਦੇ ਪੈਰਲਰ ਐਕਟ ਕਰ ਰਹੀ ਹੈ। ਸੋ BE ਦੇ ਅਲੋਂਗ ਜਦੋਂ ਤੁਸੀਂ ਲੈਣੀ ਹੈ, ਸੋ ਇਹ ਵਾਲੀ ਫੋਰਸ ਸਾਡੀ BA ਦੇ ਪੈਰਲਰ ਆ ਗਈ। ਇਹ ਕਿਹੜੀ ਫੋਰਸ ਹੈ ਸਾਡੇ ਕੋਲ, P ਫੋਰਸ। ਨੈਕਸਟ ਹੈ CA ਦੇ ਅਲੋਂਗ, CA ਦੇ ਅਲੋਂਗ ਸਾਡੀ ਐਕਟ ਕਰ ਰਹੀ ਹੈ 2 ਫੋਰਸ। ਸੋ 2 ਇਹ ਡਾਊਨਵਰਡ ਡਾਇਰੈਕਸ਼ਨ ਹੈ, ਸੋ ਅਸੀਂ ਇਹਦੇ ਪੈਰਲਲ ਲੈ ਲਈ ਸਾਡੀ ਆਪਣੀ 2 ਫੋਰਸ। ਨੈਕਸਟ ਜਿਹੜੀ P ਵਾਲੀ ਉਹ CF ਦੇ। ਸੋ ਸਾਨੂੰ C ਤੇ F ਨੂੰ ਵੀ ਜੁਆਇਨ ਕਰਨਾ ਪੈਣਾ, ਇਹ ਡਾਇਰੈਕਟ ਸਿੱਧੀ ਆਏਗੀ ਲਾਈਨ, ਠੀਕ ਹੈ। ਸੋ CF ਦੇ ਪੈਰਲਲ ਸਾਡੇ ਕੋਲ C to F, ਇਹਦਾ ਮਤਲਬ ਇਹਦੀ ਡਾਊਨਵਰਡ ਡਾਇਰੈਕਸ਼ਨ ਬਿਕੋਜ਼ C to F ਵੱਲ ਜਾ ਰਹੀ ਹੈ, ਉਹ ਸਾਡੇ ਕੋਲ ਆ ਗਈ ਇਹਦੇ ਪੈਰਲਲ। ਸੋ ਇਹ ਸਾਡੇ ਕੋਲ ਫੋਰਸ ਹੈ P ਫੋਰਸ। ਨੈਕਸਟ ਹੈ Q ਫੋਰਸ। Q ਕਿਹਦੇ ਅਲੋਂਗ ਐਕਟ ਕਰ ਰਹੀ, AB ਦੇ, ਜਿੱਦਾਂ AB ਐਕਟ, ਸੋ ਸਾਡੇ ਕੋਲ ਇਹ ਆ ਜਾਏਗੀ ਆਪਣੀ Q ਫੋਰਸ। ਸੋ ਅਸੀਂ ਸਾਰੀਆਂ ਫੋਰਸਿਸ ਐਕਟ ਕਰਾ ਲਈਆਂ ਇਨ ਡਾਇਰੈਕਸ਼ਨ ਆਫ ਲਾਈਨਸ ਆਫ ਦਾ ਟ੍ਰਾਇੰਗਲ। ਨੈਕਸਟ ਹੈ ਇਫ ਦਾ ਸਿਸਟਮ ਇਜ਼ ਇਨ ਇਕੁਲਿਬਰੀਅਮ। ਜੇਕਰ ਕਹਿੰਦੇ ਸਿਸਟਮ ਇਕੁਲਿਬਰੀਅਮ ਚ ਹੋਏ, फाइंड मैग्नीट्यूड ऑफ P एंड Q। दैन असी P ते Q ਦਾ मैग्नीट्यूड फाइंड आउट करना। सो फर्स्ट साडा ਜਿਹੜਾ ਇੱਥੇ ਕੰਮ ਹੈ, ਅਸੀਂ ਇਹਨਾਂ ਸਾਰੀਆਂ ਫੋਰਸਿਸ ਨੂੰ ਇੱਕ ਪੁਆਇੰਟ ਤੇ ਐਕਟ ਕਰ ਰਹੇ ਹਾਂ। ਸੋ ਅਸੀਂ ਇੱਥੋਂ ਹੁਣ x ਐਕਸਿਸ ਤੇ y ਐਕਸਿਸ ਚੂਜ਼ ਕਰਾਂਗੇ। ਹੁਣ x ਐਕਸਿਸ ਅਸੀਂ ਇਹਨੂੰ ਹੀ ਹੌਰੀਜ਼ੌਂਟਲ ਨੂੰ ਹੀ ਮੰਨ ਲਿਆ ਆਪਣੀ x ਐਕਸਿਸ ਔਰ ਇਹਦੇ ਪਰਪੈਂਡੀਕੂਲਰ ਜਿਹੜੀ ਐਕਸਿਸ ਆ ਉਹ ਲੈ ਲਈ y ਐਕਸਿਸ, ਠੀਕ ਹੈ। ਸੋ ਅਸੀਂ ਇੱਥੇ ਕੀ ਕੀਤਾ, ਟੇਕ A as origin, ਅਸੀਂ A ਨੂੰ origin ਮੰਨਿਆ, AB as x axis and a line through A perpendicular to x axis is y axis। ਸੋ ਅਸੀਂ x ਐਕਸਿਸ ਚੂਜ਼ ਕਰ ਲਈ, y ਐਕਸਿਸ ਚੂਜ਼ ਕਰ ਲਈ
ਹੁਣ ਅਸੀਂ ਦੇਖੋ ਇਕਲਿਬਰੀਅਮ ਦਾ ਮਤਲਬ ਕੀ ਹੈ। ਇਕਲਿਬਰੀਅਮ ਮਤਲਬ ਜਿੰਨੀਆਂ ਸਾਰੀਆਂ ਫੋਰਸਿਸ ਸਾਡੇ ਕੋਲ ਐਕਟ ਕਰ ਰਹੀਆਂ, ਇਹਨਾਂ ਸਾਰੀਆਂ ਫੋਰਸਿਸ ਦੇ ਅਸੀਂ ਰਿਜ਼ੋਲਵ ਪਾਰਟ ਲੈ ਲੈਣੇ ਅਲੋਂਗ ਐਕਸ ਐਕਸਿਸ, along y axis, ਸਾਰੇ resolve part along x axis equals to 0 ਕਰ ਦੇਣੇ, along y axis ਵੀ sum of resolve part 0 ਕਰ ਦੇਣਾ, ਉੱਥੋਂ ਸਾਡੇ ਕੋਲ P and Q ਆ ਜਾਣੀ ਆ। ਬਟ resolve part find out ਕਰਨ ਦੇ ਲਈ ਸਾਨੂੰ ਹਰੇਕ ਫੋਰਸ ਦਾ ਜਾਂ ਤਾਂ x axis ਨਾਲ ਐਂਗਲ ਚਾਹੀਦਾ ਜਾਂ y axis ਨਾਲ ਚਾਹੀਦਾ। ਸੋ ਅਸੀਂ ਟ੍ਰਾਈਐਂਗਲ ਤੋਂ ਹੀ ਐਂਗਲ ਨਿਕਾਲਾਂਗੇ। ਸਾਨੂੰ ਪਤਾ ਹੈ ਈਚ ਐਂਗਲ ਇਜ਼ 60 और ए की है साडा मिड पॉइंट है, मतलब इनू 30 30 च डिवाइड करेगा, ए भी एंगल 30, ए भी एंगल 30, सिमिलरली ए वाला एंगल भी 30, ए वाला भी 30, बिकॉज ये 60 दा सी। ठीक है, आ जे मिड पॉइंट है तो ए वाले वर्टेक्स वाले एंगल नू इक्वल पार्ट्स च डिवाइड करेगी, 30 30 दे एंगल होणगे। ठीक, सो हुण असी आ सानू पता है 120 दा है, सिमिलरली ये भी 120 दा है। सो ਅਸੀਂ ਹੁਣ ਫਸਟ 4 ਵਾਲੀ ਫੋਰਸ ਦਾ ਐਂਗਲ ਨਿਕਾਲਣਾ ਹੈ। Q ਦਾ ਤਾਂ x ਐਕਸਿਸ ਨਾਲ 0 ਹੋਏਗਾ। 4 ਵਾਲੀ ਫੋਰਸ ਕਿਹਦੇ ਪੈਰਲਲ ਹੈ? ਇਹ ਵਾਲੀ ਲਾਈਨ ਦੇ BC ਦੇ ਪੈਰਲਲ। ਸੋ 4 x ਐਕਸਿਸ ਨਾਲ ਕਿੰਨਾ ਐਂਗਲ ਬਣਾ ਰਿਹਾ ਹੈ? ਦੇਖੋ ਆਹ ਵਾਲੀ ਫੋਰਸ ਸਾਡੇ ਕੋਲ 4 ਹੈ, ਆਹ ਹੈ ਸਾਡੇ ਕੋਲ AB, ਇਹ ਕਿੰਨਾ ਬਣਾ ਰਿਹਾ? 120। ਸੋ ਇਹ ਵੀ ਕਿੰਨਾ ਆ ਜਾਏਗਾ? 120 ਹੀ ਆ ਜਾਏਗਾ। ਠੀਕ, डायरैक्शन ਅਸੀਂ ਲੈਣੇ ਇਧਰੋਂ ਇੱਧਰ ਜਾ ਰਹੇ ਹਾਂ। ਠੀਕ, ਨੈਕਸਟ ਹੁਣ ਅਸੀਂ P ਦਾ ਲੈਣਾ। P ਇਹਦੇ ਅਲੋਂਗ ਐਕਟ ਕਰ ਰਹੀ ਹੈ। P ਸਾਡੇ ਕੋਲ ਕਿਹਦੇ ਅਲੋਂਗ ਐਕਟ ਕਰ ਰਹੀ ਹੈ? P ਸਾਡੇ ਕੋਲ ਐਕਟ ਕਰ ਰਹੀ ਸੀ BE ਦੇ ਅਲੋਂਗ। ਸਾਡੇ ਕੋਲ BE ਦੇ ਅਲੋਂਗ P ਐਕਟ ਕਰ ਰਹੀ ਸੀ। ਸੋ P ਦਾ x ਐਕਸਿਸ ਨਾਲ ਸੀ ਸਾਰਾ ਐਂਗਲ ਕਿੰਨਾ ਆ ਜਾਏਗਾ? 150। ਸੋ ਇਹ ਸਾਡੇ ਕੋਲ ਕਿੰਨਾ ਆ ਜਾਏਗਾ? P ਦਾ ਐਂਗਲ 150 ਡਿਗਰੀ। ਸਿਮਿਲਰਲੀ 2 ਵਾਲੇ ਦਾ 2 ਫੋਰਸ ਕਿਹਦੇ ਅਲੋਂਗ ਐਕਟ ਕਰ ਰਹੀ ਸੀ? 2 CA ਦੇ ਅਲੋਂਗ ਐਕਟ ਕਰ ਰਹੀ ਸੀ। CA ਦੇ ਅਲੋਂਗ ਸਾਡੇ ਕੋਲ ਐਕਟ ਕਰ ਰਹੀ ਫੋਰਸ 2। ਸੋ CA ਵਾਲਾ ਜਿਹੜਾ ਐਂਗਲ ਹੈ ਉਹ x ਐਕਸਿਸ ਨਾਲ ਡਾਇਰੈਕਟ ਬਣ ਰਿਹਾ 120 ਦਾ, ਬਟ ਇਸ ਤਰ੍ਹਾਂ ਬਣ ਰਿਹਾ। ਇਹ ਵਾਲੇ ਦਾ ਇਸ ਤਰ੍ਹਾਂ ਕਿੰਨਾ ਬਣ ਰਿਹਾ? 120, ਬਟ ਅਸੀਂ ਤਾਂ ਆਹ ਲੈਣਾ ਹੁੰਦਾ ਹੈ। ਸੋ ਇਹ ਕਿੰਨਾ ਆਇਆ? ਪੂਰੇ 360 ਚੋਂ 120 ਮਾਈਨਸ ਕਰ ਦਿਓ, ਸਾਡੇ ਕੋਲ ਕਿੰਨਾ ਆ ਜਾਏਗਾ? 240। ਮਤਲਬ ਅਸੀਂ अपनी डायरैक्शन सेम लैनी, ਅਸੀਂ इदा लै रहे हैं एंगल, ना कि ਅਸੀਂ इदा, फिर साडी डायरैक्शन चेंज हो जानी ना। सो ਅਸੀਂ ਕੀ ਕੀਤਾ? पूरा एंगल ਹੁੰਦਾ 360, ਇਹਦੇ ਚੋਂ ਅਸੀਂ ਆਹ ਵਾਲਾ ਨਿਗਲੈਕਟ ਕਰਤਾ, ਸਾਡੇ ਕੋਲ ਕਿੰਨਾ ਆ ਗਿਆ ਫਿਰ? 240। ਸੋ ਇਹ ਵਾਲੀ डायरैक्शन 'ਚ ਸਾਡੇ ਕੋਲ ਕਿੰਨਾ ਐਂਗਲ ਬਣ ਰਿਹਾ? 240। ਨੈਕਸਟ ਹੈ P ਵਾਲੀ ਫੋਰਸ। ਇਹ ਵਾਲੀ ਫੋਰਸ ਕਿਹਦੇ ਅਲੋਂਗ ਐਕਟ ਕਰ ਰਹੀ ਹੈ? P ਵਾਲੀ ਫੋਰਸ ਸਾਡੇ ਕੋਲ ਇਹਦੇ ਅਲੋਂਗ ਐਕਟ ਕਰ ਰਹੀ ਹੈ। ਸੋ ਇਹ ਦਿਖ ਹੀ ਰਿਹਾ ਸਾਡੇ ਕੋਲ ਆਹ ਸਾਰਾ ਐਂਗਲ ਕਿੰਨੇ ਦਾ ਹੁੰਦਾ ਹੈ? ਆ ਸਾਰਾ ਆ ਹੁੰਦਾ 90 ਫਸਟ ਕੁਆਡਰੈਂਟ, ਫਿਰ ਹੁੰਦਾ 180, ਔਰ ਆ ਵਾਲਾ ਕਿੰਨਾ ਹੈ? 270 ਬਣ ਜਾਂਦਾ ਹੈ। ਮਤਲਬ ਇਸ x ਐਕਸਿਸ ਤੋਂ ਸਾਰਾ ਐਂਗਲ ਸਾਡੇ ਕੋਲ ਕਿੰਨਾ ਹੈ? 270। ਸੋ ਸਾਡੇ ਕੋਲ ਸਾਰੇ ਐਂਗਲਸ ਆ ਗਏ। ਨਾਓ ਹੁਣ ਅਸੀਂ ਬਸ ਰਿਜ਼ੋਲਵ ਪਾਰਟ ਨਿਕਾਲਣਾ ਹੈ। ਰਿਜ਼ੋਲਵਿੰਗ along x axis and y axis, ਅਸੀਂ x axis and y axis ਦੇ along ਰਿਜ਼ੋਲਵ ਕਰ ਰਹੇ ਹਾਂ। ਹਾਂਜੀ, x axis ਦੇ along, x axis ਦੇ along ਜਦੋਂ ਰਿਜ਼ੋਲਵ ਕਰਨਾ ਸੀ ਉਸ ਕੰਪੋਨੈਂਟ ਨੂੰ ਕੈਪੀਟਲ X ਲੈ ਲਿਆ, ਕਿਉਂਕਿ ਇਹ ਚ ਰਿਜ਼ਲਟੈਂਟ ਨਹੀਂ ਨਾ ਫਾਈਂਡ ਕਰ ਰਹੇ। ਲਾਸਟ ਜਿਹੜੇ ਅਸੀਂ ਸਮ ਕੀਤੀ ਸੀ ਉਹ ਚ ਰਿਜ਼ਲਟੈਂਟ ਇੱਕ ਪਾਸੇ ਲਿਖ ਲਈਦਾ ਸੀ r cos ਥੀਟਾ। ਠੀਕ ਹੈ, ਸੋ ਇੱਥੇ ਅਸੀਂ ਕੈਪੀਟਲ X ਨਾਲ ਡਿਨੋਟ ਕਰ ਲਿਆ। ਕੈਪੀਟਲ X ਮਤਲਬ ਸਮ ਆਫ ਰਿਜ਼ੋਲਵ ਪਾਰਟ ਆਫ ਦਾ ਫੋਰਸਿਸ ਅਲੋਂਗ x ਐਕਸਿਸ। ਹਾਂਜੀ, ਰਿਜ਼ੋਲਵ ਕਰੋ। ਫਰਸਟ ਫੋਰਸ ਹੈ Q x ਐਕਸਿਸ ਨਾਲ ਕਿੰਨਾ ਐਂਗਲ ਬਣਾ ਰਹੀ? 0। प्लस सैकेंड फोर्स है साडे कोल 4 x एक्सिस ना cos 120। नैक्सट फोर्स है साडे कोल P बना रही cos 150। नैक्सट है 2 बना रही साडे कोल cos 240 और लास्ट इज cos 270। सो असी हुण इन्हां नूं सॉल्व करना है। cos 0 इज 1, Q आ गया। 4 cos 120 नूं असी लिख सकते 180 माइनस 60। प्लस सिमिलरली ਅਸੀਂ ਇਹਨੂੰ ਲਿਖ ਸਕਦੇ ਹਾਂ 180 ਮਾਈਨਸ 30 ਪਲਸ 2 cos 240 ਨੂੰ ਅਸੀਂ ਕਿਆ ਲਿਖ ਸਕਦੇ ਹਾਂ? 240 is 180 plus 60 plus P, ਇਹਨੂੰ ਅਸੀਂ ਕੀ ਲਿਖ ਸਕਦੇ ਹਾਂ? cos 270 ਕਿਹਦੇ ਨੀਅਰ ਅਸੀਂ 360 ਚੋਂ ਮਾਈਨਸ ਕਰ ਲੈਣੇ, 360 ਮਾਈਨਸ 90। ਸੋ ਇਹ ਸਾਡੇ ਕੋਲ ਕੀ ਆ ਜਾਏਗਾ? Q। 4 cos 180 माइनस 60
साडे कोल क्वाड्रेंट करके, क्योंकि सैकेंड क्वाड्रेंट च लाई करेगा। सैकेंड 180 माइनस 60 किहड़े क्वाड्रेंट चले गए सी? सैकेंड क्वाड्रेंट। सैकेंड क्वाड्रेंट च कॉस की हुंदा? नेगेटिव। सो इहदी वैल्यू आएगी माइनस कॉस 60 प्लस पी, क्योंकि 180 साडा चेंज तो नहीं करता है एंगल नो, ठीक है। कॉस नो कॉस ही रहने देता। कॉस 180 माइनस थीटा इज कॉस थीटा, बस क्वाड्रेंट करके नेगेटिव पॉजिटिव लगेगा। प्लस पी सिमिलरली कॉस 180 माइनस 30 आएगा साडे को कॉस 30, बट सैकेंड क्वाड्रेंट होने करके माइनस कॉस 30 प्लस 2 कॉस 180 प्लस 60 कॉस 60, बट थर्ड क्वाड्रेंट से चले गए 180 प्लस थीटा करके, ए भी क्या आएगा माइनस कॉस 60 प्लस पी कॉस 360 भी चेंज नहीं करता है। सो साडे कोल आ जाएगा कॉस 90, बट फोर्थ 360 इत्थे हुंदा है। 360 माइनस थीटा साडे को फोर्थ क्वाड्रेंट ही आया। फोर्थ क्वाड्रेंट च कॉस पॉजिटिव हुंदा है। सो वैल्यूज फिल कीतियां, क्यू माइनस 4 कॉस 60 इज 1/2 माइनस पी कॉस 60 √3/2 माइनस, सो नेक्स्ट साडे कोल आ जाएगा 2 cos 60 is 1/2 प्लस p cos 90 is 0। सो सॉल्व करके साडे को x की आ जाएगा q माइनस 1/2 प्लस माइनस √3p/2 माइनस 1, ये तो 0 हो गया। सो x साडे कोल क्या आ गया? q माइनस √3/2p, और इन्हां दोनों ਨੂੰ सॉल्व करके साडे कोल कितना आ जाएगा? सॉरी इत्थे आना सी 2 2 जा 4, सो इत्थे 2 आएगा। सो साडे कोल आ जाएगा -3। सो साडे को x की वैल्यू आ गई ए वाली, इन्हों असी नंबर 1 कर दिता। नाउ नेक्स्ट असी y निकालना है। सो y निकाल लिया सी। y ਲਈ साडे को जिथे जिथे cos आ रहा उत्थे sin 4 sin 120 p sin 150 2 sin 240 plus p sin 270 which is equals to साडे कोल आ जाएगा q sin 0 is 0 प्लस 4 sin 120 is √3/2। जिद्दां मैं इन्हां नूं रिड्यूस कीता, तुसीं ये भी साइन वाले भी रिड्यूस खुद कर लेने। प्लस p sin 150 is 1/2 240 is माइनस √3/2 प्लस p माइनस 1 270 ते। सो ये साडे कोल आ जाएगा 0 प्लस 2 √3 प्लस हाफ p माइनस √3 माइनस p। सो साडे कोल y दी वैल्यू आ जाएगी √3 ते इन्हां नूं कैलकुलेट करके आ जाएगा -1/2p। ये साडे कोल आ जाएगी इक्वेशन नंबर 2। हुण सानूं दिता होया क्वेश्चन दे विच जिहड़ा सिस्टम आ वो की है? इक्विलिब्रियम च है। अगर साडा सिस्टम इक्विलिब्रियम च है, सिंस सिस्टम इज इन इक्विलिब्रियम, अगर साडा सिस्टम इक्विलिब्रियम च है, देयरफॉर रिजॉल्व पार्ट साडे कोल की आ जाने? सैपरेट 0। एक्स वाला भी 0, अलॉन्ग एक्स एक्सिस भी रिजॉल्व पार्ट 0 आ जाने, अलॉन्ग वाई एक्सिस भी 0 आ जाने। सो साडे कोल एक्स क्या सीगा? q माइनस √3/2p माइनस 3। सो एक्स की वैल्यू फिल करती q माइनस √3/2p माइनस 3 इक्वल्स टू 0 एंड y इज √3 माइनस 1/2p इक्वल्स टू 0। सो साडे कोल क्या बन गया? इत्थों असीं q ते p दी वैल्यू निकाल लैनी। दिस इंप्लाइज q माइनस √3/2p इक्वल्स टू 3। इत्थों आ जाएगा हाफ p इक्वल्स टू √3, p आ जाएगा साडे कोल 2 √3 kg वेट। ए वाली वैल्यू असीं इत्थे फिल कर देनी। देयरफॉर इनू नंबर असीं 3 मार्क कर लिया, इनू नंबर 4। यूज इक्वेशन 3 इन 4। यह साडे कोल क्या आ जाएगा? q माइनस √3/2 p है 2 √3 इक्वल्स टू 3, q इक्वल्स टू 3, q माइनस 3 इक्वल्स टू 3। दिस इंप्लाइज q इज 6 kg
weight, ਸੋ ਅਸੀਂ P ਤੇ Q find ਕਰ ਲੈਣੇ। ਸੋ ਇਹਦੇ ਨਾਲ ਦਾ ਹੁਣ ਸਾਡੇ ਕੋਲ ਕੋਈ ਵੀ ਕੁਐਸਚਨ ਆਏ ਸੋ ਅਸੀਂ ਕਿਆ find out ਕਰ ਲੈਣਾ, ਰਿਜ਼ੋਲਵਿੰਗ ਕਰ ਲੈਣਾ along x axis and along y axis। ਜੇ ਇਕਲਿਬਰੀਅਮ ਪ੍ਰੂਵ ਕਰਨ ਲਈ ਕਿਹਾ ਤਾਂ ਅਸੀਂ ਪ੍ਰੂਵ ਕਰਾਂਗੇ x0 and y0। ਅਗਰ ਗਿਵਨ ਹੈ ਇਕਲਿਬਰੀਅਮ ਚ ਤਾਂ ਅਸੀਂ ਆਪ ਲੈ ਲਾਂਗੇ ਕਿ x ਵੀ 0 ਹੋਏਗਾ ਔਰ y ਵੀ 0 ਹੋਏਗਾ। ਸੋ ਫੋਰਸਿਸ ਦੀ ਵੈਲਿਊ ਅਸੀਂ ਕੈਲਕੂਲੇਟ ਕਰ ਲਾਂਗੇ। ਓਕੇ, ਥੈਂਕ ਯੂ।